ਸਟਾਰਟਅਪ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਰੀਅਲ ਸਟੇਟ ਬਾਰੇ, ਕਿਉਂਕਿ ਪੈਂਡੈਮਿਕ ਤੋਂ ਬਾਅਦ ਹੁਣ ਜਿਹੜੀ ਇਕੋਨਮੀਜ਼ ਖੁੱਲ੍ਹਣ ਲੱਗ ਪਈਆਂ ਨੇ। ਕੈਨੇਡਾ ਦੇ ਵਿੱਚ ਵੀ ਵੱਖ-ਵੱਖ ਸੂਬਿਆਂ ਨੇ ਫੇਜ਼ਿਸ ਦੇ ਵਿੱਚ ਜਿਹੜੀਆਂ ਆਪਣੀਆਂ ਇਕੋਨਮੀਜ਼ ਖੁੱਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਕਿਤੇ ਫੇਜ਼ 2 ਸ਼ੁਰੂ ਹੋ ਗਿਆ, ਕਿਤੇ ਫੇਜ਼ 3 ਦੀਆਂ ਗੱਲ ਹੋ ਰਹੀ ਆ, ਕਿਤੇ ਕੁਝ ਇਕੋਨਮੀਜ਼ ਹਜੇ ਫੇਜ਼ 1 ਦੇ ਵਿੱਚ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਰੀਅਲ ਸਟੇਟ ਮਾਰਕੀਟ ਕਿੱਧਰ ਨੂੰ ਜਾਵੇਗੀ, ਇਹਦੇ ਬਾਰੇ ਗੱਲ ਕਰਾਂਗੇ। ਅਤੇ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ। ਥੈਂਕ ਯੂ ਸਿਮਰਤ ਜੀ। ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਰੀਅਲ ਸਟੇਟ ਬਾਰੇ, ਕਿਉਂਕਿ ਰੀਅਲ ਸਟੇਟ ਇੱਕ ਬਹੁਤ ਵੱਡਾ ਹਿੱਸਾ ਪਾਉਂਦੀ ਆ ਕੈਨੇਡੀਅਨ ਅਰਥਚਾਰੇ ਦੇ ਵਿੱਚ। ਨਾਰਥ ਅਮਰੀਕਾ ਦੇ ਵਿੱਚ ਹੀ ਕਾਫੀ ਵੱਡਾ ਹਿੱਸਾ ਪਾਉਂਦੀ ਹੈ। ਸੋ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਕੈਨੇਡੀਅਨ ਅਰਥਚਾਰੇ ਦੀ ਅਤੇ ਕੈਨੇਡੀਅਨ ਰੀਅਲ ਸਟੇਟ ਦੀ। ਸਭ ਤੋਂ ਪਹਿਲਾਂ ਤਾਂ ਮੈਂ ਸਿਮਰਤ ਸਾਹਿਬ ਇਹ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਇਕੱਲੇ ਕੈਨੇਡਾ ਜਾਂ ਨਾਰਥ ਅਮਰੀਕਾ ਦੀ ਆਪਾਂ ਗੱਲ ਨਹੀਂ ਕਰ ਰਹੇ ਹੈਗੇ। ਹਾਂਜੀ, ਆਲ ਓਵਰ ਵਰਲਡ ਜਿਹੜੀ ਵੀ ਕੋਈ ਵੀ ਇਕਨੋਮੀ ਹੈ, ਚਾਹੇ ਉਹ ਡਿਵੈਲਪਡ ਕੰਟਰੀ ਹੈ, ਚਾਹੇ ਉਹ ਅੰਡਰ ਡਿਵੈਲਪਡ ਕੰਟਰੀ ਇਕਨੋਮੀਜ਼ ਹੈ ਨੇ, ਕੰਟਰੀਜ਼ ਹੈ ਨੇ, ਉਹਨਾਂ 'ਚ ਉਹਨਾਂ ਦੀ ਪ੍ਰੋਗਰੈਸ ਦਾ, ਉਹਨਾਂ ਦੀ ਗਰੋਥ ਦਾ, ਉਹਨਾਂ ਦੀ ਡੀ ਗਰੋਥ ਦਾ ਜਿਹੜਾ ਬਹੁਤ ਵੱਡਾ ਮਾਪਦੰਡ ਹੁੰਦਾ ਹੈ, ਫੈਕਟਰ ਹੁੰਦਾ, ਉਹ ਰੀਅਲ ਸਟੇਟ ਹੁੰਦੀ ਹੈ। ਰੀਅਲ ਸਟੇਟ ਕਿਵੇਂ ਪਰਫਾਰਮ ਕਰ ਰਹੀ ਹੈ। ਸੋ ਜਿਹੜੀ ਵੀ ਕੰਟਰੀ ਦੀ ਰੀਅਲ ਸਟੇਟ ਗਰੋ ਕਰ ਰਹੀ ਹੁੰਦੀ ਆ, ਉਹਦੀ ਇਕਨੋਮੀ ਆਟੋਮੈਟਿਕਲੀ ਗਰੋਥ ਵੱਲ ਹੁੰਦੀ ਹੈ, ਕਿਉਂਕਿ ਦੇਰ ਆਰ ਲੋਟਸ ਆਫ ਜੌਬਸ ਵਿਚ ਆਰ ਰਿਲੇਟਡ ਟੂ ਰੀਅਲ ਸਟੇਟ। ਸੋ ਇਸ ਤਰ੍ਹਾਂ ਹੀ ਜਦ ਮੈਂ IMF ਦੀ ਰਿਪੋਰਟ ਜਿਹੜੀ ਪੜ੍ਹ ਰਹੀ ਸੀ, ਜਿਹੜੀ ਕਿ April 2020 ਵਿੱਚ ਆਈ ਸੀ, ਹੁਣ ਜੂਨ ਵਿੱਚ ਉਹਨਾਂ ਦੀ ਸੈਕੰਡ ਰਿਪੋਰਟ ਆਈ ਹੈ। IMF ਇਹ ਕਹਿੰਦੇ ਹੈ ਕਿ ਆਲ ਓਵਰ ਵਰਲਡ ਜਿਹੜੀ ਇਕਨੋਮੀ ਹੈ, ਉਹਦਾ ਜਿਹੜੇ ਕੰਸਟਰਕਟ ਹੋਣ ਦੇ ਚਾਂਸਿਸ ਨੇ ਅਰਾਊਂਡ 8% ਨੇ। ਉਹਨਾਂ ਦੇ 8% ਉਹਦੇ ਜਿਹੜੀ ਵੇਰੀਏਸ਼ਨ ਆਏਗੀ। ਜਿਨ੍ਹਾਂ 'ਚੋਂ ਜਿਹੜੀਆਂ ਡਿਵੈਲਪਡ ਕੰਟਰੀਜ਼ ਨੇ ਉਹਨਾਂ 'ਚੋਂ 5 ਤੋਂ 8% ਹੋਏਗੀ, ਅਤੇ ਜਿਹੜੀ ਥਰਡ ਵਰਲਡ ਕੰਟਰੀਜ਼ ਨੇ ਉਹਨਾਂ 'ਚ 3% ਹੋਏਗੀ। ਠੀਕ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ ਕਿ ਜਦ ਮੈਂ ਇਸ ਚੀਜ਼ ਨੂੰ ਸਟੱਡੀ ਕੀਤਾ ਤਾਂ ਮੈਂ ਦੇਖਿਆ ਕਿ ਕਿਉਂ ਇਹ ਉਹਨਾਂ 'ਚ ਕੀ ਫਰਕ ਮਤਲਬ ਡਿਵੈਲਪ ਅਤੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਐਡਾ ਵੱਡਾ ਫਰਕ ਕਿਉਂ ਹੈ? ਹਾਂਜੀ, ਉਹਦੇ 'ਚ ਇਹ ਹੈ ਕਿ ਜਿਹੜੀ ਸਾਡੀ ਇਕਨੋਮੀਜ਼ ਨੇ, ਜਿਹੜੇ ਸਾਡੇ ਰੀਅਲ ਸਟੇਟ ਮਾਰਕੀਟਸ ਨੇ, ਉਹ ਬਹੁਤ ਵੋਲੇਟਾਈਲ ਨੇ। ਸਾਡੀ ਇੱਥੇ ਜਿਹੜੀ ਟ੍ਰਾਂਜੈਕਸ਼ਨਸ, ਦ ਨੰਬਰ ਆਫ ਟ੍ਰਾਂਜੈਕਸ਼ਨਸ ਆਰ ਵੈਰੀ ਹਾਈ ਐਜ਼ ਕੰਪੇਅਰ ਟੂ ਜਿਹੜੇ ਕਿ ਅੰਡਰ ਡਿਵੈਲਪਡ ਕੰਟਰੀਜ਼ ਹੁੰਦੀਆਂ ਨੇ। ਤੁਸੀਂ ਆਪਾਂ ਖੁਦ ਆਪਣੇ ਬਾਰੇ ਆਪਾਂ ਸੋਚੀਏ, ਦੇਖੀਏ, ਜਦ ਆਪਾਂ ਜਿਸ ਕੰਟਰੀਜ਼ 'ਚੋਂ ਆਪਾਂ ਆਏ ਹਾਂ, ਸੋ ਉੱਥੇ ਇੱਕ ਸਾਡੇ ਬਜ਼ੁਰਗਾਂ ਨੇ ਘਰ ਬਣਾਇਆ, ਸੋ ਉਹਨੂੰ ਆਪਾਂ ਇੱਕ ਪੁਸ਼ਤਾ ਤੱਕ ਉੱਥੇ ਰਹਿੰਦੇ ਹਾਂ। ਹੁਣ ਸ਼ਾਇਦ ਪਿਛਲੇ 15-20 ਸਾਲ ਤੋਂ ਜਿਹੜੀ ਇੱਕ ਨਵੀਂ ਕਲਚਰ ਆਇਆ ਕਿ ਤੁਸੀਂ ਮੂਵ ਆਊਟ ਕਰਦੇ ਹੋ, ਔਰ ਅਪਾਰਟਮੈਂਟਸ ਦਾ ਕਲਚਰ ਆਇਆ, ਕਾਲੋਨੀਜ਼ ਦਾ ਕਲਚਰ ਆਇਆ। ਉਹਦੇ ਕਰਕੇ ਚੇਂਜਸ ਜਿਹੜੀਆਂ ਆਈਆਂ ਜ਼ਰੂਰ ਨੇ, ਪਰ ਅੱਜ ਵੀ ਅਸੀਂ ਬਹੁਤ ਜ਼ਿਆਦਾ ਪਿੱਛੇ ਡਿਵੈਲਪ ਕੰਟਰੀਜ਼ ਤੋਂ, ਜਿਹੜੀਆਂ ਕਿ ਟ੍ਰਾਂਜੈਕਸ਼ਨ ਦੇ ਨੰਬਰ ਆਫ ਟ੍ਰਾਂਜੈਕਸ਼ਨਸ ਦੇ ਵਿੱਚ। ਕਿਉਂਕਿ ਜੇ ਆਪਾਂ ਇੱਥੇ ਦੀ ਗੱਲ ਕਰੀਏ ਤਾਂ ਇੱਥੇ ਆਪਾਂ ਟ੍ਰੈਂਡ ਦੇਖਦੇ ਹਾਂ ਵੀ ਹਰ ਬੰਦਾ, ਹਰ ਫੈਮਿਲੀ ਆ 4-5 ਸਾਲ ਬਾਅਦ ਇਹ ਸੋਚਣ ਲੱਗ ਪੈਂਦੀ ਵੀ ਹੁਣ ਆਪਾਂ ਘਰ ਬਦਲੀ ਕਰ ਲਈਏ। ਡਜ਼ਨਟ ਮੈਟਰ ਵੀ ਕਈ ਵਾਰੀ ਉਹ ਕਹਿੰਦੇ ਵੀ ਅਸੀਂ ਘਰ ਅਪਗ੍ਰੇਡ ਕਰਨਾ, ਕਈ ਵਾਰੀ ਕਹਿੰਦੇ ਅਪ ਸਾਈਜ਼ ਕਰਨਾ, ਕਈ ਵਾਰੀ ਕਹਿੰਦੇ ਵੀ ਚਲੋ ਡਾਊਨ ਸਾਈਜ਼ ਕਰਨਾ। ਪਰ 4-5 ਸਾਲ ਬਾਅਦ ਇਹ ਹੈਗਾ ਇੱਥੇ ਟ੍ਰੈਂਡ ਵੀ ਮੂਵ ਹੋਣ ਦਾ। ਬਿਲਕੁਲ ਜੀ। ਸੋ ਹੁਣ ਪੈਂਡੈਮਿਕ ਕਰਕੇ ਜਿਹੜੀ ਮੇਨ ਜਿਹੜਾ ਕੰਸਰਨ, ਇਹ ਜਿਹੜਾ ਕੰਸਰਨ ਹੋਇਆ ਆਲ ਓਵਰ ਦਾ ਵਰਲਡ, ਇਹਦਾ ਬਹੁਤ ਇੰਪੈਕਟ ਪਿਆ। ਸ਼ਾਇਦ ਲਾਸਟ 30 ਸਾਲਾਂ ਦੇ ਵਿੱਚ ਜਿਹੜੀਆਂ ਕਿ ਲੋਐਸਟ ਨੰਬਰ ਆਫ ਸੇਲਸ ਜਿਹੜੀਆਂ ਕਿ ਦੇਖੀਆਂ ਗਈਆਂ ਨੇ April ਦੇ ਵਿੱਚ, 35 ਸਾਲ ਦੇ ਵਿੱਚ ਜਿਹੜੀਆਂ ਹੋਈਆਂ ਨੇ ਇਸ ਤਰ੍ਹਾਂ ਦੀ ਜਿਹੜਾ ਸੇਲਸ ਜਿਹੜਾ ਇੱਕਦਮ 59% to 60% ਤੱਕ ਨੰਬਰ ਆਫ ਸੇਲਸ ਜਿਹੜੀਆਂ ਘਟੀਆਂ ਸੀ ਉਹ April ਦੇ ਵਿੱਚ। ਸੋ ਔਰ ਉਸ ਤੋਂ ਬਾਅਦ ਫਿਰ ਹੌਲੀ ਉਹਨਾਂ ਤੋਂ ਨੰਬਰ ਵਧਣਾ ਸ਼ੁਰੂ ਹੋਇਆ, ਐਂਡ ਲਾਸਟ ਜੂਨ ਦੇ ਵਿੱਚ ਇਹ ਕਾਫੀ ਨੰਬਰ ਅੱਛੇ ਹੋ ਗਏ ਨੇ। ਸੋ ਇਹਦੇ 'ਚ ਆਪਾਂ ਧਿਆਨ ਨਾਲ ਦੇਖੀਏ ਕਿ ਇਹ ਸਾਰੇ ਦਾ ਜਿਹੜਾ ਇੰਪੈਕਟ ਹੈ, ਉਹ ਹਜੇ ਸਾਨੂੰ ਉਹ ਇੰਪੈਕਟ ਨਜ਼ਰ ਨਹੀਂ ਆ ਰਿਹਾ। ਹੁਣ CMHC ਨੇ ਇਹ April ਦੇ ਵਿੱਚ ਕਿਹਾ ਸੀ ਕਿ ਜਿਹੜੀ ਟੋਟਲ ਪ੍ਰਾਈਸ ਜਿਹੜਾ ਹੈ ਉਹ 18% ਤੱਕ, 15 to 80% ਤੱਕ ਡਾਊਨ ਜਾਏਗਾ। ਲੇਕਿਨ ਉਸ ਤੋਂ ਬਾਅਦ ਬਹੁਤ ਸਾਰੀਆਂ ਏਜੰਸੀਜ਼ ਨੇ ਕਿਹਾ ਵੀ ਨਹੀਂ, ਤੁਸੀਂ ਉਹਨਾਂ ਦੇ ਨਾਲ ਤੁਸੀਂ ਇਹ ਐਗਜ਼ੈਕਟ ਫਿਗਰ ਨਹੀਂ ਹੈ, ਤੁਹਾਨੂੰ ਇਹ ਨਹੀਂ ਕਹਿਣਾ ਚਾਹੀਦਾ ਸੀ, ਕਿਉਂਕਿ ਉਹਦੇ ਬਹੁਤ ਜ਼ਿਆਦਾ ਫੈਕਟਰਸ ਹੈ ਨੇ ਜਿਹੜੇ ਮਤਲਬ ਕਈ ਸੰਸਥਾ ਵੀ ਕਹਿ ਰਹੀਆਂ ਸੀਗੀਆਂ ਵੀ ਜੋ CHMC ਪ੍ਰੋਡਿਕਟ ਕਰ ਰਹੀ ਹੈ ਵੀ ਹੋ ਸਕਦਾ ਇੰਨੀ ਪ੍ਰਾਈਸ ਡਾਊਨ ਨਾ ਹੋਵੇ। ਹਾਂਜੀ। ਸੋ ਮੈਂ ਵੀ ਇਸ ਚੀਜ਼ ਨੂੰ ਮੰਨਦਾ ਕਿ ਇੰਨੀ ਪ੍ਰਾਈਸ ਡਾਊਨ ਨਹੀਂ ਹੋਏਗੀ, ਬਟ ਅਸੀਂ ਅੱਜ ਵੀ ਉਸ ਚੀਜ਼ ਦੇ ਅਨਸਰਟਨਟੀ ਦੇ ਵਿੱਚ ਹਾਂ। ਮੈਂ ਕੱਲ੍ਹ ਹੀ ਜਿਹੜੇ BC ਦੇ ਪ੍ਰੋਫੈਸਰ ਸਾਹਿਬ ਨੇ, ਇੱਕ ਉਹਨਾਂ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ। ਸੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਉਣ ਵਾਲੇ 3 ਮਹੀਨੇ ਹਜੇ ਅਨਸਰਟਨਟੀ ਦੇ ਵਿੱਚ ਨੇ। ਠੀਕ ਹੈ। ਕਿ ਉਹ ਪ੍ਰਾਈਸ ਡਾਊਨ ਜਾਊਗਾ, ਨਹੀਂ ਜਾਊਗਾ, ਲੇਕਿਨ ਸੈਪਟੈਂਬਰ ਔਨਵਰਡ ਜਿਹਦਾ ਇੰਪੈਕਟ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋਏਗਾ।
ਮਤਲਬ ਇਹਦੇ ਵਿੱਚ ਆਪਾਂ ਥੋੜੀ ਜਿਹੀ ਗੱਲ ਕਰ ਲਈਏ, ਜਿਹੜਾ ਪੈਂਡੈਮਿਕ ਦੇ ਦੌਰਾਨ ਸਰਕਾਰ ਵੱਲੋਂ ਜਿਹੜੀ ਮਾਇਕ ਸਹਾਇਤਾ ਦਿੱਤੀ ਗਈ ਹੈ, ਜਿਵੇਂ ਹਰ ਜਿਹਦੇ ਕੋਲ ਜੌਬ ਨਹੀਂ ਗੀ ਉਹਨੂੰ $2000 ਆ ਰਿਹਾ ਸੀ ERB ਦੇ ਵਿੱਚ, ਛੋਟੇ ਬਿਜ਼ਨਸ ਜਾਂ ਬਿਜ਼ਨਸ ਨੂੰ $40,000 ਉਹਨਾਂ ਨੇ ਦਿੱਤਾ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਸੀ। ਤੁਹਾਨੂੰ ਇਹ ਵੀ ਲੱਗਦਾ ਵੀ ਜਿਹੜਾ ਇਸ ਚੀਜ਼ ਕਰਕੇ ਵੀ ਹਜੇ ਜਿਹੜਾ ਉਹ ਆਮ ਲੋਕਾਂ ਤੱਕ ਉਹ ਚੀਜ਼ ਨਹੀਂ ਪਹੁੰਚੀ ਹੈਗੀ, ਉਹਦਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਦਿਸਣ ਨੂੰ ਮਿਲੂਗਾ ਇਫੈਕਟ? ਇਹ ਤੁਸੀਂ ਦੇਖੋ ਹਜੇ ਤੱਕ ਇਹ ਕਿਸੇ ਨੂੰ ਇੰਪੈਕਟ ਪਿਆ ਹੀ ਨਹੀਂ ਹੈ, ਕਿਉਂਕਿ ਸਪੋਜ਼ ਜੇ 4 ਦੀ ਫੈਮਿਲੀ ਹੈ, ਉਹਨਾਂ 'ਚੋਂ ਹਸਬੈਂਡ ਵਾਈਫ, ਉਹਨਾਂ ਦਾ ਇੱਕ ਬੱਚਾ 18 ਸਾਲ ਤੋਂ ਉੱਪਰ ਹੈ, ਉਹਨਾਂ ਨੂੰ ਤਿੰਨਾਂ ਨੂੰ ਜੇ CERB ਦਾ ਬੈਨੀਫਿਟਸ ਮਿਲੇ ਨੇ, ਸੋ ਉਹਨਾਂ ਨੂੰ ਉਸ ਚੀਜ਼ ਦਾ ਇੰਪੈਕਟ ਹਜੇ ਨਜ਼ਰ ਨਹੀਂ ਆਇਆ ਹੈ। ਜਦ ਟੋਟਲ ਰੀਓਪਨ ਹੋ ਜਾਏਗਾ, ਸੈਕੰਡ ਫੇਜ਼ ਥਰਡ ਫੇਜ਼ ਦਾ ਰੀਓਪਨ ਹੋ ਜਾਏਗਾ, ਬਸ਼ਰਤੇ ਕਿ ਜੇ ਨਾ ਸੈਕੰਡ ਵੇਵ ਨਾ ਆਵੇ। ਹਾਂਜੀ, ਜਿਵੇਂ ਕਿ ਹੁਣ ਥੋੜੀ ਗੱਲ ਹੋਣ ਲੱਗ ਪਈ ਹੈ ਉਹਦੇ ਬਾਰੇ। ਹਾਂਜੀ, ਸੋ ਜਦ ਇਹ ਚੀਜ਼ ਉਹਨਾਂ ਨੂੰ ਦੁਬਾਰਾ ਬਿਜ਼ਨਸਿਸ ਖੁੱਲ੍ਹਣਗੇ, ਬਿਜ਼ਨਸਿਸ ਕਾਲ ਕਰਨਗੇ ਆਪਣੇ EMPLOYEES ਨੂੰ, ਤਾਂ ਉਹ ਫਿਰ ਉਹ ਕਿੰਨੇ ਬਿਜ਼ਨਸਿਸ ਖੁੱਲ੍ਹਦੇ ਨੇ, ਕਿੰਨਾ ਉਹਨਾਂ ਦਾ, ਕਿਉਂਕਿ ਦੇਖੋ ਪਹਿਲਾਂ ਜੋ ਵੀ ਜਦ ਵੀ ਰਿਸੈਸ਼ਨ ਆਉਂਦਾ ਸੀ ਜਾਂ ਜੋ ਵੀ ਜ਼ਿਆਦਾ ਇੰਪੈਕਟ ਹੁੰਦਾ ਸੀ, ਕਿਸੇ ਵੀ ਚੀਜ਼ ਦਾ ਇੰਪੈਕਟ ਹੁੰਦਾ ਸੀ, ਤਾਂ ਜਿਹੜਾ ਇੰਡਸਟਰੀਅਲ ਪ੍ਰੋਡਕਸ਼ਨ ਸੀ, ਇੰਡਸਟਰੀਅਲ ਮੈਨੂਫੈਕਚਰਿੰਗ ਸੀ, ਇੰਡਸਟਰੀਅਲ ਜਿਹੜਾ ਬਿਜ਼ਨਸ ਸੀ ਉਹ ਡਾਊਨ ਹੁੰਦਾ ਸੀ। ਇਹ ਪਹਿਲੀ ਵਾਰ ਹੋਇਆ ਇਨ ਦਾ ਹਿਸਟਰੀ ਆਫ ਲਾਸਟ 100 years ਕਿ ਜਿੱਥੇ ਸਰਵਿਸ ਇੰਡਸਟਰੀ ਬੰਦ ਹੋ ਗਈ ਹੈ, ਜਿਹੜੇ ਰੈਸਟੋਰੈਂਟ ਨੇ, 2-3 ਇੰਡਸਟਰੀਜ਼ ਜਿੱਦਾਂ ਉਹਦੇ ਤੇ ਬਿਲਕੁਲ ਹੀ ਬਹੁਤ ਜ਼ਿਆਦਾ ਇਫੈਕਟ ਪਿਆ ਕਰਕੇ, ਜਿਹੜੀ ਵੀ ਸਰਵਿਸ ਇੰਡਸਟਰੀ ਸੀ ਉਹ ਪਹਿਲੀ ਵਾਰ ਜਿੱਥੇ ਉੱਤੇ ਇੱਕ ਵਾਰ ਬਿਲਕੁਲ ਫੁੱਲ ਸਟਾਪ ਲੱਗ ਗਈ ਹੈ, ਜਿਹਦੇ ਕਰਕੇ, ਔਰ ਜਿਹੜੀ ਕਿ ਸਾਡੇ ਕੈਨੇਡਾ ਵਿੱਚ ਤਾਂ ਸਰਵਿਸ ਇੰਡਸਟਰੀ ਇਜ਼ ਦਾ ਬਿਗੇਸਟ ਇੰਡਸਟਰੀ ਜਿਹੜਾ ਕਿ EMPLOYEES ਨੂੰ EMPLOY ਕਰਦੇ ਨੇ। ਸੋ ਇਹਦਾ ਇੰਪੈਕਟ ਜਿਹੜਾ ਹੈ ਤੁਹਾਨੂੰ ਸੈਪਟੈਂਬਰ ਔਨਵਰਡਸ ਆਉਣਾ ਸ਼ੁਰੂ ਹੋਏਗਾ, ਔਰ ਪੂਰਾ ਇੰਪੈਕਟ ਜਿਹੜਾ ਹੈਗਾ ਵਿਦ ਦ ਐਂਡ ਆਫ ਦਿਸ ਈਅਰ ਆਏਗਾ। ਨਾਲੇ ਇਹ ਵੀ ਗੱਲ ਹੈਗੀ ਆ ਹਰਕੀਰਤ ਜੀ, ਵੀ ਸਰਕਾਰਾਂ ਵੱਲੋਂ ਵੀ ਇਸ ਤਰ੍ਹਾਂ ਦੀ ਕੋਈ ਸਟ੍ਰੈਟਜੀ ਨਹੀਂ ਬਣਾਈ ਵੀ ਨਵੀਂ ਕੰਸਟਰਕਸ਼ਨ ਬਾਰੇ, ਅਫੋਰਡੇਬਲ ਹਾਊਸਿੰਗ ਬਾਰੇ, ਰੈਂਟਲ ਪ੍ਰੋਪਰਟੀਜ਼ ਬਾਰੇ? ਨਹੀਂ, ਇਹ ਤਾਂ ਇੱਕ ਮੈਂ ਐਕਸਪਰਟਸ ਦੀ ਰਾਏ ਔਰ ਮੇਰੀ ਪਰਸਨਲ ਵੀ ਇਹ ਰਾਏ ਹੈ ਕਿ ਜਿਹੜੀ ਅੱਜ ਦੀ ਸਰਕਾਰ ਨੇ, ਇਹ ਕਦੇ ਵੀ ਇਹਨਾਂ ਕੋਲ ਕੋਈ ਕੰਸਟ੍ਰਿਕਟ ਕੋਈ ਕੰਕਰੀਟ ਪਾਲਿਸੀ ਨਹੀਂ ਹੈ ਬਿਲਕੁਲ ਵੀ। ਖਾਸ ਕਰ ਸਾਡੇ ਰੀਅਲ ਸਟੇਟ ਬਾਰੇ ਇਹਨਾਂ ਕੋਲ ਕੋਈ ਪਾਲਿਸੀਜ਼ ਨਹੀਂ ਹੈ, ਚਾਹੇ ਉਹ ਰੈਂਟਲ ਪ੍ਰਾਪਰਟੀ ਦੇ ਗੱਲ ਕਰੀਏ ਜਾਂ ਉਹ ਆਪਾਂ ਸਿੰਗਲ ਡਵੈਲਿੰਗਸ ਨੇ ਜਾਂ ਨਿਊ ਹੋਮਸ ਨੇ, ਇਹਨਾਂ ਦੀ ਕੋਈ ਉਹਨਾਂ ਕੋਲ ਪਾਲਿਸੀ ਨਹੀਂ ਹੈ। ਜੇ ਆਪਾਂ ਉਹਨੂੰ ਡਾਟਾ ਨੂੰ ਆਪਾਂ ਥੋੜ੍ਹਾ ਐਨਾਲਾਈਜ਼ ਕਰੀਏ ਕਿ ਜੇ ਇੱਕ ਰੈਂਟਲ ਪ੍ਰਾਪਰਟੀ ਦੀ ਪਹਿਲਾਂ ਆਪਾਂ ਗੱਲ ਕਰੀਏ, 6,40,000 ਸਟੂਡੈਂਟ ਹਰ ਸਾਲ ਕੈਨੇਡਾ ਵਿੱਚ ਆਉਂਦੇ ਨੇ ਅਰਾਊਂਡ, ਉਹ ਗਰੋ ਕਰ ਰਹੇ ਨੇ 4 ਲੱਖ ਤੋਂ 5 ਲੱਖ। ਸੋ ਉਹਦੇ ਵਿੱਚੋਂ ਜੇ ਆਪਾਂ ਓਨਟਾਰੀਓ ਦੀ ਗੱਲ ਕਰੀਏ, ਓਨਟਾਰੀਓ ਵਿੱਚੋਂ 1/3 ਤਾਂ ਓਨਟਾਰੀਓ ਵਿੱਚ ਆਉਂਦੇ ਨੇ, ਇਕੱਲੇ ਓਨਟਾਰੀਓ ਦੇ ਵਿੱਚ, ਬਾਕੀ ਸਾਰੇ ਉਹ। ਸੋ ਉਹਨਾਂ ਨੂੰ ਜੇ 1,70,000 ਓਨਟਾਰੀਓ 'ਚ 2 ਲੱਖ ਆਉਂਦੇ ਨੇ, ਜੇ 2 ਸਟੂਡੈਂਟ ਇੱਕ ਕਮਰੇ ਵਿੱਚ ਰਹਿੰਦੇ ਨੇ, ਤਾਂ ਵੀ ਉਹਨਾਂ ਨੂੰ ਇੱਕ ਪਾਰਟੀਕੂਲਰ 1 ਲੱਖ ਰੂਮ ਦੀ ਲੋੜ ਪੈਣੀ ਹੈ। 1 ਲੱਖ ਯੂਨਿਟ ਦੀ ਲੋੜ ਬਣੀ ਹੋ ਸਕਦੀ ਹੈ। ਬਿਲਕੁਲ। ਸੋ ਇਹਦੇ ਵਾਸਤੇ ਕੋਈ ਵੀ ਪਾਲਿਸੀ ਨਹੀਂ ਹੈ ਨਾ ਕੋਲ ਵੀ ਉਹ ਕਿੱਥੇ, ਔਰ ਹਰ ਸਾਲ ਉਹ ਆਉਣਗੇ, ਔਰ ਜਿਹੜੇ ਐਡ ਵੀ ਹੋਣੇ ਨੇ ਔਰ ਜਿਹੜੇ ਪਹਿਲੇ ਉਹਨਾਂ ਨੂੰ ਵੀ ਲੋੜ ਹੈ। ਇਸ ਤਰ੍ਹਾਂ ਹੀ ਜੇ ਆਪਾਂ ਗੱਲ ਕਰੀਏ ਇੱਕ ਨਿਊ ਹੋਮਸ ਦੀ ਗੱਲ ਕਰੀਏ, ਜੇ ਆਪਾਂ 3,41,000 ਜੋ ਕਿ ਸਾਡਾ ਟੀਚਾ ਹੈ ਹਰ ਸਾਲ ਇਮੀਗ੍ਰੈਂਟਸ ਨੂੰ ਬੁਲਾਉਣ ਦਾ, 3,40,000 ਤੋਂ ਜੇ ਆਪਾਂ 1/5 ਨੂੰ ਕਰ ਦਈਏ ਕਿ 1/5 ਉਹ ਘਰ ਬਾਏ ਕਰਨਗੇ, ਹਾਂਜੀ, ਤਾਂ 1/5 ਦਾ ਅਰਾਊਂਡ ਤੁਸੀਂ ਲਓ 70-80,000 ਤਾਂ ਤੁਹਾਨੂੰ ਨਵੀਂ ਡਿਵੈਲਿੰਗਸ ਚਾਹੀਦੀਆਂ ਨੇ। ਹਾਂਜੀ, ਬਿਲਕੁਲ। ਸੋ ਕੀ ਸਾਡੇ ਆਲ ਓਵਰ ਕੈਨੇਡਾ 70-80,000 ਨਵੀਂ ਡਿਵੈਲਿੰਗਸ ਹੁੰਦੀਆਂ ਨੇ? ਔਰ ਦੂਸਰੀ ਗੱਲ ਇਹ ਹੈ ਕਿ ਸਪੋਜ਼ ਜਿਹੜੇ ਇਹਨਾਂ ਕੋਲ ਆਲਰੇਡੀ ਇੱਥੇ ਇੱਕ ਘਰ ਹੈ, ਉਹ ਇੱਕ ਘਰ ਨੂੰ ਰਿਟੇਨ ਕਰਨਾ, ਅੱਜ ਉਸ ਘਰ ਨੂੰ ਰਿਟੇਨ ਕਰਨਾ ਬੜਾ ਆਸਾਨ ਹੋ ਗਿਆ, ਕਿਉਂਕਿ ਜੇ ਉਹ ਰੈਂਟਲ ਪ੍ਰਾਪਰਟੀ ਬਣਾ ਦਿੱਤੀ ਜਾਂਦੀ ਹੈ, ਉਹ ਬੰਦੇ ਨਵੇਂ ਬਾਏ ਕਰ ਲੈਂਦੇ ਨੇ ਘਰ ਨੂੰ, ਤਾਂ ਨੈਚੁਰਲ ਗੱਲ ਹੈ ਜੋ ਨਵਾਂ ਘਰ ਜਿਹੜਾ ਪੁਰਾਣਾ ਘਰ ਨੂੰ ਵੇਚਣਗੇ ਤਾਂ ਹੀ ਉਹ ਕੋਈ ਉਹਨੂੰ ਹੋਰ ਬਾਏ ਕਰੇਗਾ। ਜੇ ਉਹਨੂੰ ਵੇਚਣਗੇ, ਉਹਨੂੰ ਰੈਂਟਲ ਪ੍ਰਾਪਰਟੀ ਬਣਾ ਦੇਣਗੇ, ਤਾਂ ਉਹ ਨਵੇਂ ਘਰ ਦੀ ਕਿੰਨੀ ਲੋੜ ਪਏਗੀ। ਸੋ ਇੱਕ ਸਭ ਤੋਂ ਪਹਿਲਾਂ ਤਾਂ ਇੱਕ ਨੈਸ਼ਨਲ ਪਾਲਿਸੀ ਹੋਣੀ ਚਾਹੀਦੀ ਹੈ, ਮੱਦੇਨਜ਼ਰ ਦੇਖਦੇ ਹੋਏ ਕਿ ਸਾਡੀ ਡਿਮਾਂਡ ਐਂਡ ਸਪਲਾਈ ਕੀ ਹੈ। ਹਰਕੀਰਤ ਜੀ, ਹਮੇਸ਼ਾ ਇਹ ਵੀ ਗੱਲ ਹੁੰਦੀ ਰਹੀ ਹੈ ਵੀ ਜਦੋਂ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ, ਜਦੋਂ ਸੱਤਾ ਤੋਂ ਬਾਹਰ ਹੁੰਦੀਆਂ, ਹਮੇਸ਼ਾ ਹੀ ਉਹਨਾਂ ਦੇ ਏਜੰਡੇ 'ਤੇ ਇਹ ਗੱਲ ਜ਼ਰੂਰ ਹੁੰਦੀ ਹੈ ਵੀ ਜਿਹੜੇ ਲੋ ਇਨਕਮ ਲੋਕ ਨੇ, ਜਿਨ੍ਹਾਂ ਨੂੰ ਅਫੋਰਡੇਬਲ ਹਾਊਸਿੰਗ ਚਾਹੀਦੀ ਆ, ਅਫੋਰਡੇਬਲ ਹਾਊਸਿੰਗ ਕੈਨੇਡਾ ਵਿੱਚ ਬਹੁਤ ਥੋੜ੍ਹ ਆ ਉਹਦੀ, ਅਤੇ ਅਸੀਂ ਉਹਦੇ ਲਈ ਕੰਮ ਕਰਾਂਗੇ। ਪਰ ਜਦੋਂ ਉਹ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਆ ਤੇ ਹਮੇਸ਼ਾ ਉਹ ਚੀਜ਼ ਭੁੱਲ ਕੇ ਤਾਂ ਹੋਰ ਜਿਹੜੇ ਪਾਲਿਸੀਜ਼ ਆ, ਹੋਰ ਜਿਹੜੇ ਏਜੰਡੇ ਉਹਨਾਂ ਨੂੰ ਉੱਤੇ ਕੰਮ ਕਰਦੀ ਹੈ। ਕਦੇ ਅਫੋਰਡੇਬਲ ਹਾਊਸਿੰਗ 'ਤੇ ਕੰਮ ਨਹੀਂ ਕੀਤਾ, ਭਾਵੇਂ ਉਹ ਫੈਡਰਲ ਸਰਕਾਰ ਹੈ, ਭਾਵੇਂ ਉਹ ਅੰਟਾਰੀਓ ਸਰਕਾਰ ਹੈ, ਕਿਉਂਕਿ ਆਪਾਂ ਅੰਟਾਰੀਓ ਦੇ ਵਿੱਚੋਂ ਇਸ ਐਵੇਂ ਪ੍ਰੋਗਰਾਮ ਕਰ ਰਹੇ ਹਾਂ। ਸੋ ਇਹ ਤੁਹਾਡੇ ਹਿਸਾਬ ਦੇ ਨਾਲ ਬਹੁਤ ਵੱਡਾ ਇਹ ਇਫੈਕਟ ਹੈ ਵੀ ਜੇ ਅਫੋਰਡੇਬਲ ਹਾਊਸਿੰਗ ਜਾਂ ਰੈਂਟਲ ਪ੍ਰੋਪਰਟੀਜ਼ ਜ਼ਿਆਦਾ ਹੋਣ ਤਾਂ ਇਹਦਾ ਫਰਕ ਪਵੇਗਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੇ ਆਪਾਂ ਟੋਟਲ ਓਨਟਾਰੀਓ ਦੀ ਗੱਲ ਕਰੀਏ, GTA ਦੀ ਗੱਲ ਕਰੀਏ, 74% ਆਫ ਦਾ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਉਹ
ਅੰਡਰ $1 ਮਿਲੀਅਨ ਦੀਆਂ ਹੈ ਨੇ, ਬਿਲਕੁਲ। ਔਰ ਬਾਕੀ ਜਿਹੜੀਆਂ 26% ਨੇ ਉਹ ਓਵਰ ਦਾ ਮਿਲੀਅਨ ਪ੍ਰਾਪਰਟੀਜ਼ ਨੇ। ਤੋ ਜਿਹੜਾ ਸਭ ਤੋਂ ਪਹਿਲਾ ਇੰਪੈਕਟ ਆਉਂਦਾ ਹੈ ਉਹ ਓਵਰ ਦਾ ਮਿਲੀਅਨ ਜਿਹੜੀਆਂ ਪ੍ਰਾਪਰਟੀਜ਼ ਨੇ ਉਹਨਾਂ ਦਾ ਇੰਪੈਕਟ ਆਉਂਦਾ ਹੈ। ਸੋ ਜਿਹੜੇ ਨਿਊ ਹੋਮ ਬਾਇਰਸ ਨੇ ਜਾਂ ਐਂਟਰੀ ਲੈਵਲ ਤੇ ਜਿਹੜੇ ਬਾਇਰਸ ਨੇ ਉਹਨਾਂ ਵਾਸਤੇ ਤਾਂ ਅੱਜ ਵੀ ਪ੍ਰਾਪਰਟੀਜ਼ ਅਵੇਲੇਬਲ ਨੇ ਔਰ ਉਹਨਾਂ ਪ੍ਰਾਈਸ ਵਿੱਚ ਬਿਲਕੁਲ ਫਰਕ ਨਹੀਂ ਪਿਆ। ਤੁਸੀਂ ਦੇਖੋ ਅੱਜ ਵੀ ਮਲਟੀਪਲ ਆਫਰਸ 'ਚ ਪ੍ਰਾਪਰਟੀ ਜਾ ਰਹੀ ਹੈ। ਹਾਂਜੀ, ਉਹੀ ਜਦੋਂ ਆਪਾਂ ਜਦੋਂ ਪੈਂਡੈਮਿਕ ਤੋਂ ਪਹਿਲਾਂ ਜਨਵਰੀ ਫਰਵਰੀ ਦੇ ਵਿੱਚ ਇਸੇ ਤਰ੍ਹਾਂ ਸੀ, ਘਰਾਂ ਦੀ ਜਿਹੜੀਆਂ ਕਿਉਂਕਿ ਇਨਵੈਂਟਰੀ ਘੱਟ ਸੀ ਤੋਂ ਮਲਟੀਪਲ ਆਫਰ 'ਚ ਜਾ ਰਹੀਆਂ ਸੀ। ਹੁਣ ਜੂਨ ਦੇ ਵਿੱਚ ਦੁਬਾਰਾ ਉਹ ਚੀਜ਼ ਖਾਸ ਕਰਕੇ ਆਪਣੇ GTA ਦੇ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਰਹੀ ਉਹ ਚੀਜ਼। ਬਿਲਕੁਲ, ਕਿਉਂਕਿ ਉਹਦੇ ਵਿੱਚ ਐਕਚੁਅਲੀ ਦੇਖੋ ਗਰੇਵਾਲ ਸਾਹਿਬ ਗੱਲ ਇਹ ਹੁੰਦੀ ਹੈ ਕਿ ਕਦੇ ਵੀ ਇਹ ਅਲੱਗ-ਅਲੱਗ ਚੀਜ਼ਾਂ ਨੇ ਕਿ ਟ੍ਰਾਂਜੈਕਸ਼ਨਸ ਕਿੰਨੀਆਂ ਹੋਣੀਆਂ, ਸੇਲਸ ਟ੍ਰਾਂਜੈਕਸ਼ਨ ਕਿੰਨੀਆਂ ਹੋਣੀਆਂ ਔਰ ਪ੍ਰਾਈਸਿਸ ਦਾ ਡਾਊਨ ਜਾਣਾ। ਸੋ ਹਜੇ ਤੱਕ ਪਹਿਲਾਂ 3 ਮਹੀਨੇ ਤੱਕ ਜਾਂ 4 ਮਹੀਨੇ ਤੱਕ ਪਹਿਲਾਂ ਸੇਲਸ ਟ੍ਰਾਂਜੈਕਸ਼ਨ 'ਚ ਫਰਕ ਪੈਂਦਾ, ਘਟਦੀਆਂ ਨੇ ਔਰ ਪ੍ਰਾਈਸਿਸ ਉਹ ਤੋਂ ਬਾਅਦ ਉਹ ਫੋਲੋ ਕਰਦੇ ਨੇ, ਉਹ ਟ੍ਰੇਲ ਹੁੰਦੀ ਹੈ। ਸੋ ਪ੍ਰਾਈਸਿਸ ਜਿਵੇਂ ਕਹਿ ਰਹੇ ਨੇ ਕਿ ਡਾਊਨ ਜਾਣਗੇ, ਤੁਸੀਂ ਤੁਹਾਡੇ ਕੋਲ ਤੁਸੀਂ ਸ਼ਾਇਦ ਮੈਨੂੰ ਆਪਾਂ ਗੱਲ ਕਰ ਰਹੇ ਸੀ ਕਿ ਵੈਂਕੂਵਰ ਦੇ ਵਿੱਚ ਪ੍ਰਾਈਸਿਸ ਕਾਫੀ ਜ਼ਿਆਦਾ। ਹਾਂਜੀ, ਉਹੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ ਵੀ ਜਿੱਦਾਂ ਜੇ ਆਪਾਂ ਕੈਨੇਡਾ ਦੇ 4 ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਵੈਨਕੂਵਰ, ਕੈਲਗਰੀ, ਮੌਂਟਰੀਅਲ ਤੇ ਟੋਰਾਂਟੋ। ਹਾਂਜੀ, ਇਹਨਾਂ ਦੇ ਵਿੱਚ ਜਿਹੜੇ ਵੈਨਕੂਵਰ ਤੇ ਕੈਲਗਰੀ ਆ ਉਹਦੇ ਜਿਹੜੀਆਂ ਪ੍ਰਾਈਸਿਸ 2018 ਤੇ 19 ਦੇ ਵਿੱਚ ਸੀਗੀਆਂ, ਉਹ ਇਹ ਕਿਹਾ ਜਾ ਰਿਹਾ ਜਿਹੜੀਆਂ ਇਕਨੋਮਿਕ ਸੰਸਥਾਸ ਵੱਲੋਂ ਵੀ ਜਿਹੜੇ 1920 ਤਾਂ ਕਿਉਂਕਿ ਹੁਣ ਅੱਧ ਹੋ ਚੁੱਕਾ, 21-22 ਦੇ ਵਿੱਚ ਉਹਨਾਂ ਦੀ ਪ੍ਰਾਈਸਿਸ ਉਹ ਜਿਹੜੀ ਐਵਰੇਜ ਪ੍ਰਾਈਸ ਹੈ ਘਰਾਂ ਦੀ ਉਹ ਥੱਲੇ ਜਾਵੇਗੀ। ਹੁਣ ਜਿੱਦਾਂ ਵੈਨਕੂਵਰ 'ਚ ਸਪੋਜ਼ ਕਰੋ ਕਹਿ ਰਹੇ ਸੀਗੇ ਵੀ ਜਿਹੜੀ 18 ਦੇ ਵਿੱਚ 9.25 ਲੱਖ ਦਾ ਘਰ ਸੀ ਜਿਹੜਾ ਐਵਰੇਜ ਪ੍ਰਾਈਸ ਸੀਗੀ, ਸੋ ਉਹ 21-20 ਦੇ ਵਿੱਚ ਉਹ ਘਟੇਗੀ। ਪਰ ਜਿਹੜੀ ਟੋਰਾਂਟੋ ਮੌਂਟਰੀਅਲ ਕਹਿ ਰਹੇ ਨੇ ਵੀ ਉਹ ਪ੍ਰਾਈਸ ਨਹੀਂ ਘਟੇਗੀ ਉਨੀ ਜਿੰਨੀ ਵੈਨਕੂਵਰ ਤੇ ਕੈਲਗਰੀ ਵਿੱਚ ਘਟੇਗੀ। ਨਹੀਂ, ਉਹਦੇ 2-3 ਫੈਕਟਰਸ ਹੋਣਗੇ। ਇੱਕ ਤਾਂ ਕਿ ਜਿਹੜੇ ਇੱਥੇ ਦੇ ਮਾਰਕੀਟ ਪ੍ਰਾਪਰਟੀ ਜਿਹੜੀ ਮਾਰਕੀਟ ਹੈ ਹਾਂਜੀ ਉਹ ਗਰੋ ਕਿੱਦਾਂ ਕਰ ਰਹੀ ਹੈ। ਹਾਂਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈ ਹਰਕਿਰਤ ਜੀ, ਇਸ ਤੇ ਫਿਰ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ ਸਟਾਰਟ ਆ ਕੇ ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਗੱਲ ਜਾਰੀ ਰੱਖਾਂਗੇ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ। ਸਟਾਰ ਟਾਕ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ ਪੰਜਾਬ ਸਟਾਰ TV ਤੇ। ਪੰਜਾਬ ਸਟਾਰ TV ਨੂੰ ਤੁਸੀਂ YouTube ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ। YouTube ਤੇ ਜਾ ਕੇ ਤੁਸੀਂ ਪੰਜਾਬ ਸਟਾਰ TV ਦੀ ਸਬਸਕ੍ਰਿਪਸ਼ਨ ਲੈ ਕੇ ਤਾਂ ਜਿਹੜਾ ਬੈਲ ਆਈਕਨ ਉਹਨੂੰ ਦਬਾਓਗੇ ਤਾਂ ਤੁਸੀਂ ਪੰਜਾਬ ਸਟਾਰ TV ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸੋ ਜਿੰਨੇ ਵੀ ਪ੍ਰੋਗਰਾਮ ਨੇ ਪੰਜਾਬ ਸਟਾਰ ਦੇ ਸਾਰੇ ਹੀ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਅੱਛਾ ਹਰਕਿਰਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਘਰਾਂ ਦੀ ਪ੍ਰਾਈਸਿਸ ਕਿਉਂਕਿ ਅੱਪ ਜਾ ਰਹੀਆਂ ਕਿ ਬਹੁਤ ਜਗ੍ਹਾ ਹੁਣ ਦੁਬਾਰਾ ਫਿਰ ਜਿਹੜੀ ਮਲਟੀਪਲ ਆਫਰਸ ਜਾ ਰਹੀਆਂ ਨੇ। ਤੁਸੀਂ ਗੱਲ ਕਰਨ ਲੱਗੇ ਸੀਗੇ ਵੀ ਜਿਹੜੇ ਵੱਡੀ ਗਿਣਤੀ ਵਿੱਚ ਸਟੂਡੈਂਟ ਆ ਰਹੇ ਨੇ ਹਰ ਸਾਲ, ਜਿਹੜੀ ਮਾਈਗ੍ਰੇਸ਼ਨ ਵੀ ਕਾਫੀ ਹੋ ਰਹੀ ਹੈ, 3.25 ਲੱਖ ਤੇ ਹੋ ਰਹੀ ਹੈ, ਸੋ ਉਹਨਾਂ ਦਾ ਵੀ ਜਿਹੜਾ ਘਰਾਂ ਦੇ ਨਾਲ ਕਾਫੀ ਸੰਬੰਧ ਹੈ। ਦੇਖੋ ਜੀ, ਅਗਰ ਉਹ ਸਭ ਗੱਲ ਇਹ ਹੈ ਕਿ ਜਿਹੜਾ ਇਮੀਗ੍ਰੇਸ਼ਨ ਹੈ ਨਾ ਉਹ ਸਾਡਾ ਹੁਣ ਇੰਟਰਗਲ ਪਾਰਟ ਹੈ। ਠੀਕ ਹੈ ਨਾ, ਔਰ ਅਸੀਂ ਵੈਲਕਮ ਕਰਦੇ ਹਾਂ ਅਰਾਊਂਡ 3,41,000 ਇਮੀਗ੍ਰੈਂਟਸ ਨੂੰ ਐਵਰੀ ਈਅਰ। ਠੀਕ ਹੈ, ਸਾਡਾ ਟੀਚਾ ਜੋ ਹੈ 1 ਮਿਲੀਅਨ ਇਮੀਗ੍ਰੈਂਟਸ ਨੂੰ ਬੁਲਾਉਣ ਦਾ, ਜਿਵੇਂ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ। ਹਾਂਜੀ, ਸੋ ਜੇ ਆਪਾਂ ਉਹਨਾਂ ਨੂੰ ਧਿਆਨ ਨਾਲ ਥੋੜ੍ਹਾ ਜਿਹਾ ਉਹਨਾਂ ਨੂੰ ਐਨਾਲਾਈਜ਼ ਕਰੀਏ, ਬ੍ਰੇਕ ਕਰੀਏ ਉਹਨਾਂ ਨੂੰ, ਤਾਂ ਜੇ 3 ਲੱਖ 3.5 ਲੱਖ ਅਸੀਂ ਇਮੀਗ੍ਰੈਂਟਸ ਬੁਲਾਉਂਦੇ ਹਾਂ, ਉਹਨਾਂ 'ਚੋਂ ਜਿਹੜੇ ਕਿ ਇਕਨੋਮਿਕ ਕੈਟੇਗਰੀ ਹੈ ਜਾਂ ਬਾਕੀ ਸਾਰੇ ਕਲਾਸਿਸ ਦੇ ਵਿੱਚ ਲੈ ਕੇ, ਪਰ ਆਪਾਂ ਜੇ ਉਹਨੂੰ ਕਹੀਏ ਵੀ 1/4 ਆਫ ਐਵਰੀ 100,000 ਰਾਈਟ। ਸੋ ਜੇ ਆਪਾਂ ਗੱਲ ਕਰੀਏ ਕਿ ਉਹ ਘਰ ਬਾਏ ਕਰਨਗੇ ਤਾਂ ਅਰਾਊਂਡ 70-80 ਹਜ਼ਾਰ ਤੋਂ ਲੈ ਕੇ 1 ਲੱਖ ਘਰ ਸਾਨੂੰ ਨਵਾਂ ਹਰ ਸਾਲ ਚਾਹੀਦਾ ਹੈ। ਠੀਕ ਹੈ, ਸੋ ਕੀ ਅਸੀਂ ਉਹ ਘਰ ਆਲਰੇਡੀ ਡਿਵੈਲਪ ਹੋ ਰਹੇ ਨੇ, ਬਣ ਰਹੇ ਨੇ? ਸ਼ਾਇਦ ਨਹੀਂ, ਇਸ ਤਰ੍ਹਾਂ ਹੀ। ਸੋ ਸਾਡੇ ਵਾਸਤੇ ਕੋਈ ਪਾਲਿਸੀ ਨਹੀਂ ਹੈ। ਬਿਲਕੁਲ ਠੀਕ ਹੈ ਨਾ। ਔਰ ਜਿਹੜਾ ਮੈਨੂੰ ਬਹੁਤ ਪਰਸਨਲੀ, ਮੈਂ ਹਮੇਸ਼ਾ ਪਹਿਲਾਂ ਵੀ ਕਹਿੰਦਾ ਆਇਆ ਇਹ ਗੱਲ ਨੂੰ ਕਿ ਖਾਸ ਕਰ ਜਿਹੜੇ ਸਟੂਡੈਂਟਸ ਜਿਹਨਾਂ ਸਿਵਾ ਸੈਨਰ ਵਾਲਾ ਪਾਉਂਦੇ ਆ ਕਿ ਸਾਡੀ ਇਕਨੋਮੀ 'ਚ ਉਹ ਇੰਨੇ ਅਰਾਊਂਡ 21-22 ਮਿਲੀਅਨ ਡਾਲਰ ਪੰਪ ਕਰਦੇ ਨੇ, ਬਲਾ 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 ਸਾਰੀਆਂ ਗੱਲਾਂ ਇਹ ਹੁੰਦੀਆਂ ਨੇ, ਕਿ ਉਹਨਾਂ ਵਾਸਤੇ ਕਦੇ ਸੋਚਿਆ ਜਾਵੇ ਕਿ ਉਹ ਆ ਕੇ ਉਹਨਾਂ ਨੇ ਰਹਿਣਾ ਕਿੱਥੇ ਹੈ। ਸੋ ਜੇ ਉਹਨਾਂ ਦੀ ਆਪਾਂ ਗੱਲ ਕਰੀਏ ਕਿ 6,40,000 ਸਟੂਡੈਂਟ ਸਪੋਜ਼ 2019 ਵਿੱਚ ਆਇਆ ਹੈ, ਹਾਂਜੀ, ਉਹਨਾਂ 'ਚੋਂ 1/3 ਤਾਂ ਟੋਟਲ ਸਿਰਫ ਉਹ GTA ਦੇ ਵਿੱਚ, ਓਨਟਾਰੀਓ ਦੇ ਵਿੱਚ ਆਇਆ। ਹਾਂਜੀ, ਓਨਟਾਰੀਓ ਦੇ ਵਿੱਚੋਂ ਵੀ ਉਹ ਮੇਨਲੀ ਜਿਹੜਾ ਉਹਦੀ ਕੰਸਨਟ੍ਰੇਸ਼ਨ ਦੈਟ ਇਜ਼ ਇਨ GTA। ਹੁਣ GTA ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ 1 ਲੱਖ ਸਟੂਡੈਂਟ ਜਿਹੜਾ ਹੈ ਆਇਆ ਹੋ, ਹਾਂਜੀ, 2 ਲੱਖ ਜੇ 2 ਲੱਖ ਸਟੂਡੈਂਟ ਆਇਆ ਹੋ ਤਾਂ ਉਹਨਾਂ ਨੂੰ ਘੱਟੋ ਘੱਟ 1 ਲੱਖ ਨਵੀਂ ਯੂਨਿਟ ਦੀ ਲੋੜ ਪਏਗੀ। ਠੀਕ ਹੈ ਨਾ। ਹੁਣ ਕੀ ਆਪਾਂ ਉਹ 1 ਲੱਖ ਜਿਹੜੇ ਨਵੇਂ ਯੂਨਿਟ ਨੇ ਉਹ ਨਵੇਂ ਤਾਂ ਅਵੇਲੇਬਲ ਨਹੀਂ ਹੈ, ਜਿਹੜੇ ਆਲਰੇਡੀ ਐਗਜ਼ਿਸਟੈਂਸ ਨੇ ਉਹਨਾਂ ਵਿੱਚ ਹੀ ਉਹਨਾਂ ਨੇ ਐਡਜਸਟ ਹੋਣਾ ਹੈ।
ਕਿਉਂਕਿ ਆ ਵੀ ਦੇਖੋ ਨਾ, ਹੁਣ ਜਦੋਂ ਪੈਂਡੈਮਿਕ ਆਇਆ ਹੁਣ 2-3 ਮਹੀਨੇ ਤਾਂ ਵੈਸੇ ਹੀ ਜਿਹੜੀ ਕੰਸਟਰਕਸ਼ਨ ਦੇ ਵਿੱਚ ਕਾਫੀ ਖੜੋਤ ਆ ਗਈ ਹੈ। ਹਾਂਜੀ। ਤੇ ਜੇ ਕੰਸਟਰਕਸ਼ਨ ਹੁੰਦੀ ਵੀ ਸੀ ਤਾਂ ਜਿੰਨੀ ਨੰਬਰ ਘਰਾਂ ਦੇ ਜਾਂ ਪ੍ਰੋਪਰਟੀਆਂ ਚਾਹੀਦੀਆਂ ਨੇ ਉਹਨੇ ਉਸ ਹਿਸਾਬ ਨਾਲ ਕੰਸਟਰਕਸ਼ਨ ਹੁੰਦੀ ਵੀ ਨਹੀਂ ਗਈ। ਦੇਖੋ ਕੰਸਟਰਕਸ਼ਨ ਇੱਕ ਹੋਣਾ, ਉਹ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਜੇ ਸਾਡੇ ਕੋਲ ਨੈਸ਼ਨਲ ਪਾਲਿਸੀ ਹੋਏਗੀ ਕਿ ਅਸੀਂ ਇਹ ਦੇਖਾਂਗੇ ਕਿ ਆਉਣ ਵਾਲੇ ਟਾਈਮ ਵਿੱਚ ਸਾਨੂੰ ਕਿੰਨੇ ਘਰਾਂ ਦੀ ਐਗਜ਼ੈਕਟ ਲੋੜ ਪੈਣੀ ਹੈ, ਨਵੇਂ ਘਰਾਂ ਦੀ ਪੈਣੀ ਹੈ ਔਰ ਕਿੰਨੇ ਸਾਨੂੰ ਰੈਂਟਲ ਘਰਾਂ ਦੀ ਪੈਣੀ ਹੈ। ਸੋ ਤਾਂ ਉਹ ਅਸੀਂ ਪਾਲਿਸੀ ਬਣਾ ਸਕਦੇ ਹਾਂ ਕਿ ਇੰਨੇ ਨਵੇਂ ਡਵੈਲਿੰਗਸ ਅਸੀਂ ਇੰਨੇ ਬਣਨੇ ਚਾਹੀਦੇ ਨੇ, ਹਾਂਜੀ, ਇੰਨੇ ਅਸੀਂ ਸਿੰਗਲ ਹੋਮ ਬਣਨੇ ਚਾਹੀਦੇ ਨੇ, ਇੰਨੀਆਂ ਕੌਂਡੋਜ਼ ਬਣਨੇ ਚਾਹੀਦੇ ਨੇ। ਹਰ ਚੀਜ਼ ਨੂੰ ਅਸੀਂ ਬਾਈਫਰਕੇਟ ਕਰਕੇ ਬਕਾਇਦਾ ਨੰਬਰ ਸਾਡੇ ਕੋਲ ਸਾਹਮਣੇ ਹੋਣੇ ਚਾਹੀਦੇ ਨੇ ਕਿ ਕਿੰਨੇ ਆਉਣ ਵਾਲੇ ਟਾਈਮ ਵਿੱਚ ਹੋਣੇ ਚਾਹੀਦੇ ਨੇ, ਜਿਹੜੇ ਕਿ ਸਾਡੇ ਕੋਲ ਬਿਲਕੁਲ ਵੀ ਨਹੀਂ। ਠੀਕ ਹੈ, ਉਹਦੇ ਨਾਲ ਬਾਕੀ ਐਮਿਨਿਟੀਜ਼ ਦੇ ਵਿੱਚ ਫਰਕ ਪੈਂਦਾ ਹੈਗਾ, ਸਕੂਲਿੰਗ ਦੇ ਉੱਪਰ, ਟਰਾਂਸਪੋਰਟੇਸ਼ਨ ਦੇ ਉੱਪਰ, ਫੂਡ ਦੇ ਉੱਪਰ, ਹਰ ਚੀਜ਼ ਦੇ ਉੱਪਰ ਫਰਕ ਪੈਂਦਾ ਹੈ। ਸੋ ਕਿਤੇ ਨਾ ਕਿਤੇ ਇਹ ਆਉਣ ਵਾਲੇ ਟਾਈਮ ਵਿੱਚ ਸਾਨੂੰ ਅੱਜ ਮਹਿਸੂਸ ਨਹੀਂ ਹੋ ਰਿਹਾ, ਤੁਸੀਂ ਦੇਖੋਗੇ ਉਹ ਚੀਜ਼ ਮਹਿਸੂਸ ਹੋਊਗਾ। ਔਰ ਦੇਖੋ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਜਿਹੜੀ ਮੇਨ ਕਨਸੈਂਟਰੇਸ਼ਨ ਪਹਿਲਾਂ ਕਹਿੰਦੇ ਸੀ ਕਿ ਹਾਈਐਸਟ ਨੰਬਰ ਆਫ ਜਿਹੜੀਆਂ ਸੇਲਸ ਹੁੰਦੀਆਂ ਨੇ, ਚਾਹੇ ਉਹ ਕਾਊਂਟਰ ਦੀਆਂ ਹੋਣ, ਉਹ ਹੁੰਦੀਆਂ ਨੇ ਡਾਊਨਟਾਊਨ ਦੇ ਵਿੱਚ, ਬਿਲਕੁਲ ਟੋਰਾਂਟੋ ਦੇ ਵਿੱਚ। ਹੁਣ ਜਿਹੜਾ ਸਭ ਤੋਂ ਜ਼ਿਆਦਾ ਇੰਪੈਕਟ ਪਿਆ ਉਹ ਡਾਊਨਟਾਊਨ ਟੋਰਾਂਟੋ ਦੇ ਵਿੱਚ ਇੰਪੈਕਟ ਪਿਆ। ਸੋ ਉਹਦੇ ਨਾਲ ਧਿਆਨ ਨਾਲ ਇਹ ਗੱਲ ਮੈਂ ਸੋਚੀ ਕਿ ਕੀ ਗੱਲ ਹੈ, ਤਾਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਹੁਣ ਜਿਹੜੇ ਲੋਕ ਘਰ ਬੈਠ ਕੇ ਕੰਮ ਕਰ ਰਹੇ ਨੇ ਉਹਨਾਂ ਦਾ ਇਸ ਗੱਲ ਨੂੰ ਰੁਝਾਨ ਵੱਧ ਰਿਹਾ ਕਿ ਅਸੀਂ ਆਊਟਸਕਰਟਸ ਵਿੱਚ ਜਾ ਕੇ ਘਰ ਬਾਏ ਕਰੀਏ ਉਨੀ ਹੀ ਪ੍ਰਾਈਸ ਦੇ ਵਿੱਚ, ਤਾਂ ਕਿ ਕਿਉਂਕਿ ਹੁਣ ਘਰੋਂ ਵਰਕ ਫਰਮ ਹੋਮ ਕਰਨ ਲੱਗੇ ਨੇ। ਤੁਹਾਨੂੰ ਯਾਦ ਹੋਣਾ ਮੈਂ ਸ਼ਾਇਦ ਆਪਣੇ 2 ਪ੍ਰੋਗਰਾਮ ਤੋਂ 3 ਪ੍ਰੋਗਰਾਮ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਦੇਰ ਵਿਲ ਬੀ ਅ ਪਰਮਾਨੈਂਟ ਚੇਂਜਸ ਆਉਣਗੀਆਂ ਸਿਨੈਰੀਓ ਦੇ ਵਿੱਚ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਮਲਟੀਨੈਸ਼ਨਲਸ ਨੇ, ਉਹ ਆਪਣੇ ਇੰਪਲੋਈਜ਼ ਨੂੰ ਕਿੱਦਾਂ ਕੰਮ ਲੈਣਗੇ। ਹਾਂ, ਇਹ ਵੀ ਗੱਲਾਂ ਹੋਣ ਲੱਗ ਪਈਆਂ ਨੇ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਰਕ ਫੋਰਸ ਨੂੰ ਵੀ ਘਟਾ ਦਿੱਤਾ ਜਾਵੇ, ਕਿਉਂਕਿ ਹੁਣ ਬਹੁਤ ਸਾਰੇ ਜਿਹੜੇ ਕੰਮ ਘਰੋਂ ਕਰਨ ਵਾਲੀ ਜਿਹੜੀ ਲੋਕਾਂ ਦੇ ਵਿੱਚ ਰੁਝਾਨ ਜ਼ਿਆਦਾ ਸ਼ੁਰੂ ਹੋ ਗਿਆ। ਨਹੀਂ, ਉਹ ਗੱਲ ਮੈਂ ਉਸ ਟਾਈਮ ਇਹ ਗੱਲ ਕੀਤੀ ਸੀ ਕਿ ਸਪੋਜ਼ ਕਰੋ ਕਿ ਅੱਜ ਉਹ ਸਾਰੇ ਘਰੋਂ ਕੰਮ ਕਰ ਰਹੇ ਨੇ, ਵਰਕ ਫਰਮ ਹੋਮ ਹੋ ਰਿਹਾ। ਹਾਂਜੀ। ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਕੰਮ ਅਸੀਂ 100% ਸਟਰੈਂਥ ਨਾਲ ਕਰ ਰਹੇ ਸੀ, ਉਹ ਸਾਡਾ 80% ਸਟਰੈਂਥ ਨਾਲ ਵੀ ਉਹੀ ਕੰਮ ਦੇ ਰਿਜ਼ਲਟ ਸਾਨੂੰ ਮਿਲ ਰਹੇ ਨੇ। ਬਿਲਕੁਲ। ਸੋ ਜਿਹੜੇ 20% ਉਹ ਜਿਹੜੇ ਬਾਕੀ ਬਚਦੇ EMPLOYEES ਨੇ ਕਿ ਉਹ ਦੇ ਵਿਲ ਬੀ ਇਨ ਟਰਬਲ ਕਿ ਉਹਨਾਂ ਨੂੰ ਵਾਪਸ ਕਾਲ ਕੀਤਾ ਜਾਵੇ ਜਾਂ ਨਹੀਂ ਕੀਤਾ ਜਾਵੇ। ਜੇ ਸਪੋਜ਼ ਕਰੋ ਉਹਨੂੰ ਨਹੀਂ ਕਾਲ ਕਰਦੇ ਹੈਗੇ, ਇਟ ਮੀਨਸ ਸਾਡੀ 20% ਉਹਦਾ ਵਰਕ ਫੋਰਸ ਹੈ ਉਹ ਲੇ ਆਫ ਹੋ ਜਾਏਗੀ, ਪਰਮਾਨੈਂਟਲੀ ਲੇ ਆਫ ਹੋ ਜਾਏਗੀ। ਇਹ ਸਿਨੈਰੀਓ ਅੱਜ ਜੋ ਮੈਂ ਪੇਸ਼ ਕਰ ਰਿਹਾ, ਸ਼ਾਇਦ ਤੁਹਾਨੂੰ ਇਹ 3-4 ਮਹੀਨੇ ਬਾਅਦ ਜਾਂ ਐਂਡ ਆਫ ਦਾ ਈਅਰ ਤੁਹਾਡੇ ਸਾਹਮਣੇ ਹੋਏਗਾ ਇਹ ਸਿਨੈਰੀਓ। ਠੀਕ ਹੈ। ਤੇ ਸਾਨੂੰ ਉਸ ਟਾਈਮ ਦੇਖਣਾ ਪਏਗਾ ਕਿ ਉਸ ਟਾਈਮ ਸਟੇਟਸ ਕੀ ਹੈ। ਅੱਛਾ, ਇੱਥੇ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਉਹਦੇ ਬਾਰੇ ਵੀ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਬਈ ਹੁਣ 1 ਜੁਲਾਈ ਤੋਂ CMHC ਨੇ ਕੁਝ ਮੌਰਗੇਜ ਦੇ ਵਿੱਚ ਜਿਹੜੇ ਚੇਂਜਸ ਕੀਤੀਆਂ ਨੇ, ਜਿਵੇਂ ਕਿ ਬੀਕਨ ਸਕੋਰ ਵਧਾ ਦਿੱਤਾ, 680 ਕਰ ਦਿੱਤਾ। ਉਸ ਤਰ੍ਹਾਂ ਜਿਹੜਾ ਲੋਨ ਟੂ ਵੈਲਿਊ ਆ ਤੇ ਲੋਨ ਦੀ ਰੇਸ਼ੋ ਉਹਦੇ ਵਿੱਚ ਉਹਨੂੰ ਘਟਾ ਦਿੱਤਾ ਹੈ, ਤੇ ਡਾਊਨ ਪੇਮੈਂਟ ਦੇ ਵਿੱਚ ਚੇਂਜਸ ਕੀਤੀਆਂ ਨੇ। ਤੇ ਤੁਹਾਡੇ ਹਿਸਾਬ ਦੇ ਨਾਲ ਇਹਨਾਂ ਚੇਂਜਸ ਦਾ ਵੀ ਜਿਹੜਾ ਰੀਅਲ ਸਟੇਟ ਦੀ ਸੇਲ ਤੇ ਫਰਕ ਪਵੇਗਾ? ਬਿਲਕੁਲ ਪਵੇਗਾ ਜੀ, ਕਿਉਂਕਿ ਅੱਛਾ CMHC ਇਹ ਸਾਰਾ ਕੁਝ ਇਸ ਤਰ੍ਹਾਂ ਕਰ ਰਹੀ ਹੈ ਕਿ ਉਹ ਇਹ ਦੇਖਣ ਕਿ ਆਉਣ ਵਾਲੇ ਟਾਈਮ ਵਿੱਚ ਕੀ ਇਹ ਜੋ ਵੀ ਬੰਦਾ ਪ੍ਰੋਪਰਟੀ ਬਾਏ ਕਰ ਰਿਹਾ ਕਿ ਉਹ ਪ੍ਰੋਪਰਟੀ ਨੂੰ ਸਸਟੇਨ ਕਰ ਪਾਏਗਾ, ਨਹੀਂ ਕਰ ਪਾਏਗਾ। ਜੋ ਨਹੀਂ ਸਸਟੇਨ ਕਰ ਪਾਏਗਾ ਤਾਂ ਪ੍ਰੋਬਲਮ ਡੈਫੀਨੇਟਲੀ ਫਿਰ ਹੋਰ ਹੋ ਸਕਦੀ। ਬਿਲਕੁਲ, ਹਾਂਜੀ। ਸੋ ਇਸ ਤਰ੍ਹਾਂ ਹੀ ਜਦ ਆਪਾਂ ਤੁਸੀਂ ਥੋੜ੍ਹਾ ਜਿਹਾ ਧਿਆਨ ਦੇਖੋ ਕਿ ਜੇ ਡਾਊਨਟਾਊਨ ਟੋਰਾਂਟੋ ਦੀ ਆਪਾਂ ਗੱਲ ਕਰੀਏ ਤਾਂ ਉੱਥੇ 13% ਜਿਹੜੀ ਹੈ ਉਹ ਐਕਟੀਵਿਟੀ ਟ੍ਰਾਂਜੈਕਸ਼ਨ ਦੀ ਘਟੀ ਹੈ, ਉਹ ਘਟੀ ਹੈ। ਜਦਕਿ ਜੇ ਆਊਟਸਕਰਟ ਵਿੱਚ ਗੱਲ ਕਰੀਏ, ਡੁਰਮ ਰੀਜਨ ਦੀ ਗੱਲ ਕਰੀਏ, ਨਿਊ ਮਾਰਕੀਟ ਦੀ ਗੱਲ ਕਰੀਏ, ਹਾਲਟਨ ਹਿਲਸ ਦੀ ਗੱਲ ਕਰੀਏ, ਤਾਂ ਉੱਥੇ ਉਹ 15 ਤੋਂ 18% 20% ਪ੍ਰਾਪਰਟੀ ਜਿਹੜੀ ਟ੍ਰਾਂਜੈਕਸ਼ਨਸ ਨੇ ਜਾਂ ਉਹ ਜਿਹੜੀ ਉੱਥੇ ਦੀ ਐਕਟੀਵਿਟੀ ਹੈ ਉਹ ਵਧੀ ਹੈ। ਬਿਲਕੁਲ। ਹੁਣ ਜੇ ਤੁਸੀਂ ਹਾਲਟਨ ਹਿਲ ਦੀ ਗੱਲ ਕੀਤੀ ਹੈ, ਕੋਈ ਸਮਾਂ ਹੁੰਦਾ ਸੀਗਾ ਜਦੋਂ ਬਰੈਂਪਟਨ ਤੇ ਮਿਸੀਸਾਗਾ ਦੇ ਨਾਲੋਂ ਕਾਫੀ ਪ੍ਰਾਪਰਟੀਜ਼ ਦਾ ਫਰਕ ਹੁੰਦਾ ਸੀਗਾ, ਮਿਲਟਨ, ਹਾਲਟਨ, ਜਾਰਜ ਟਾਊਨ ਦੇ ਵਿੱਚ, ਕਿਉਂਕਿ ਆਪਾਂ ਅੰਟਾਰੀਓ ਦੇ ਵਿੱਚੋਂ ਪ੍ਰੋਗਰਾਮ ਕਰ ਰਹੇ ਨੇ, ਸੋ ਕਰ ਰਹੇ ਹਾਂ। ਤੇ ਇਹ ਜਿਹੜੇ ਆਊਟਰ ਸਕਰਟਸ ਵਾਲੇ ਇਹ ਸ਼ਹਿਰ ਨੇ GTA ਦੇ, ਟੋਰਾਂਟੋ ਦੇ, ਸੋ ਹੁਣ ਜੇ ਦੇਖਿਆ ਜਾਵੇ ਪ੍ਰਾਈਸਿਸ ਆਲਮੋਸਟ ਤਕਰੀਬਨ ਬਰਾਬਰੀ ਤੇ ਪਹੁੰਚ ਗਈਆਂ ਨੇ, ਕੋਈ ਬੜਾ ਫਰਕ ਨਹੀਂ ਗਾ ਜਿਹੜੇ ਵੱਡੇ ਸ਼ਹਿਰਾਂ ਦੇ ਨਾਲੋਂ ਵੀ। ਦੇਖੋ ਉਹ ਇਸ ਕਰਕੇ ਕਿ ਮੈਂ ਥੋੜ੍ਹੀ ਜਿਹੀ ਡਿਟੇਲ ਜਾ ਕੇ ਸਰਚ ਕੀਤੀ ਇਹਦੇ ਬਾਰੇ, ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਲੋਕ ਡਾਊਨਟਾਊਨ ਜੌਬ ਕਰ ਰਹੇ ਸੀ ਉਹ ਬਾਹਰ ਇਸ ਕਰਕੇ ਨਹੀਂ ਜੌਬ ਕਰਦੇ ਸੀ ਬਿਕੋਜ਼ ਉਹਨਾਂ ਨੂੰ 2 ਘੰਟੇ ਹਰ ਰੋਜ਼ ਸਵੇਰੇ ਕਮਿਊਟ ਕਰਨਾ ਪੈਂਦਾ ਸੀ। ਹੁਣ ਜੇ ਉਹਨਾਂ ਨੂੰ ਕਮਿਊਟ ਨਹੀਂ ਕਰਨਾ ਪਏਗਾ ਤਾਂ ਉਹ ਦੇ ਆਰ
ਪ੍ਰੈਫਰਿੰਗ ਕਿ ਠੀਕ ਹੈ ਜੀ ਓਕੇ ਸਾਨੂੰ ਕਮਿਊਟ ਨਹੀਂ ਕਰਨਾ ਪੈ ਰਿਹਾ, ਸਾਡਾ ਟਾਈਮ ਬਚ ਰਿਹਾ, ਤਾਂ ਅਸੀਂ ਇੰਨੀ ਛੋਟੀ ਜਗ੍ਹਾ 'ਚ ਰਹਿਣ ਦੀ ਬਜਾਏ ਅਸੀਂ ਆਊਟਸਕਰਟ ਵਿੱਚ ਜਾਂਦੇ ਹਾਂ, ਵੱਡਾ ਕਰ ਲੈਂਦੇ ਹਾਂ, ਅਸੀਂ ਆਰਾਮ ਨਾਲ ਖੁੱਲ੍ਹੇ ਹੋ ਕੇ ਰਹਿੰਦੇ ਹਾਂ। ਸੋ ਹਰ ਬੰਦੇ ਦਾ ਇੱਕ ਸਪੇਸ ਦੇ ਪ੍ਰਤੀ ਜਿਹੜਾ ਹੈ ਕਿ ਜਿੰਨਾ ਵੱਧ ਉਹਨੂੰ ਸਪੇਸ ਮਿਲੇਗਾ ਉਹਨਾਂ ਵੱਧ ਉਹ ਮਹਿਸੂਸ ਕਰੇਗਾ ਕਿ ਠੀਕ ਹੈ ਮੈਂ ਵੱਧ ਸਪੇਸ ਵਿੱਚ ਰਹਾਂ। ਬਿਲਕੁਲ, ਖਾਸ ਕਰਕੇ ਜੇ ਆਪਾਂ ਆਪਣੇ ਭਾਈਚਾਰਿਆਂ ਦੀ ਗੱਲ ਕਰੀਏ ਸੋ ਆਪਾਂ ਨੂੰ ਇਹ ਆਪਣੇ ਉਹਦੇ ਵਿੱਚ ਹੀ ਆ ਵੀ ਆਪਾਂ ਚਾਹੁੰਦੇ ਹਾਂ ਵੀ ਵੱਡਾ ਖੁੱਲ੍ਹਾ ਘਰ ਹੋਵੇ, ਖੁੱਲ੍ਹੀ ਜਗ੍ਹਾ ਹੋਵੇ ਰਹਿਣ ਨੂੰ। ਆਪਾਂ ਕੰਜਸਟਡ ਏਰੀਆ ਜਗ੍ਹਾ ਤੇ ਰਹਿ ਕੇ ਖੁਸ਼ ਨਹੀਂ ਗੇ। ਸਮਝਦੇ ਹਿਊਮਨ ਨੇਚਰ ਹੈ ਇਹ ਆਪਾਂ ਆਪਣੀ ਗੱਲ ਤਾਂ ਹੈ ਹੀ ਹੈ। ਮੈਂ ਇਹ ਸਾਰੀ ਕਮਿਊਨਿਟੀਜ਼ ਵਿੱਚ ਇਹ ਚੀਜ਼ ਦੇਖੀ ਹੈ ਕਿ ਜੇ ਤੁਹਾਨੂੰ ਚਾਂਸ ਦਿੱਤਾ ਜਾਵੇ, ਜੇ ਤੁਹਾਨੂੰ ਇੱਕ ਆਪਸ਼ਨ ਦਿੱਤੀ ਜਾਵੇ ਕਿ ਤੁਸੀਂ ਕਿੱਥੇ ਰਹਿਣਾ ਚਾਹੋਗੇ, ਤਾਂ ਦੇ ਵਾਂਟ ਟੂ ਲਿਵ ਨੀਅਰ ਦ ਨੇਚਰ, ਅਤੇ ਜਿੱਥੇ ਤੁਹਾਨੂੰ ਖੁੱਲ੍ਹਾ ਮਾਹੌਲ ਹੋਵੇ, ਹਵਾ ਪਾਣੀ ਸਾਰਾ ਕੁਝ ਸਾਫ਼ ਖੁੱਲ੍ਹਾ ਹੋਵੇ। ਸੋ ਉਹ ਦੇ ਆਲਵੇਜ਼ ਟੈਂਡ ਟੂ ਗੋ ਇਨ ਦੈਟ ਵੇ। ਇਹ ਹਿਊਮਨ ਨੇਚਰ ਹੈ। ਸੋ ਅੱਜ ਉਸ ਚੀਜ਼ ਨੂੰ ਜਦ ਅਸੀਂ ਮਹਿਸੂਸ ਕਰ ਰਹੇ ਹਾਂ, ਹਰ ਕੋਈ ਮਹਿਸੂਸ ਕਰਦਾ ਕਿ ਜੇ ਇਫ ਆਈ ਕੈਨ ਅਫੋਰਡ ਦੈਟ, ਇਫ ਆਈ ਕੈਨ ਅਫੋਰਡ ਲਿਵਿੰਗ ਇਨ ਸੱਚ ਐਟਮੋਸਫੀਅਰ, ਤਾਂ ਮੈਨੂੰ ਕਿਉਂ ਨਹੀਂ ਮੈਂ ਰਹਾਂਗਾ, ਮੈਨੂੰ ਰਹਿਣਾ ਚਾਹੀਦਾ ਹੈਗਾ। ਇਸ ਕਰਕੇ ਜਦ ਮੈਂ ਦੇਖਿਆ ਜੇ ਆਪਾਂ 401 ਆਪਾਂ ਵੈਸਟ ਨੂੰ ਜਾਈਏ ਤਾਂ ਸਟਾਰਟਿੰਗ ਫਰੋਮ ਮਿਲਟਨ ਗਲਫ, ਜੇ ਆਪਾਂ ਇੱਧਰ ਨਾਇਗਰਾ ਵੱਲ ਨੂੰ ਨਾਇਗਰਾ ਰੀਜਨ ਵਿੱਚ ਜਾਈਏ ਤਾਂ ਉੱਥੇ ਜਿੰਨੇ ਵੀ ਮੇਰੇ ਰੀਅਲਟਰ ਸਾਡੇ ਬ੍ਰਦਰ ਸਿਸਟਰਸ ਨੇ ਉਹ ਬਹੁਤ ਬਿਜ਼ੀ ਨੇ। ਮੈਂ ਇੱਕ ਦੋ ਰੀਅਲਟਰਸ ਨਾਲ ਤੇ ਉੱਧਰ ਨੂੰ ਕੰਸਟਰਕਸ਼ਨਸ ਹੋ ਰਹੀਆਂ ਨੇ। ਕੰਸਟਰਕਸ਼ਨਸ ਤਾਂ ਜਿਹੜੀਆਂ ਹੋ ਰਹੀਆਂ ਉਹ ਤਾਂ ਬਹੁਤ ਅਲੱਗਾ ਗੱਲ ਹੈ। ਮੈਂ ਉੱਥੇ 2-4 ਰੀਅਲਟਰਸ ਨਾਲ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਅਜੇ ਵੀ ਉੱਥੇ ਜਿਹੜੇ ਵੀ ਈਵਨ ਜਿਹੜੇ ਕਿ 5 ਲੱਖ ਦੇ ਅਰਾਊਂਡ ਜਿਹੜੇ ਘਰ ਹੈ ਨੇ, ਕਿਉਂਕਿ ਉੱਥੇ ਜਿਹੜਾ ਐਵਰੇਜ ਜਿਹੜਾ ਛੋਟੇ ਘਰ ਦੀ ਕੀਮਤ ਹੈ ਉਹ ਜਿਹੜੀ ਐਵਰੇਜ ਉਹ ਅਰਾਊਂਡ 5.5 ਲੱਖ ਦੀ ਹੈ। ਸੋ ਅੱਜ ਵੀ ਉੱਥੇ ਮਲਟੀਪਲ ਆਫਰਸ 'ਤੇ ਘਰ ਵਿਕ ਰਹੇ ਨੇ। ਸੋ ਟ੍ਰਾਂਜੈਕਸ਼ਨਸ ਹੋ ਰਹੀਆਂ, ਦੇ ਆਰ ਵੈਰੀ ਬਿਜ਼ੀ। ਤੁਸੀਂ ਅਪ ਟੂ ਲੰਡਨ ਤੱਕ ਚਲੇ ਜਾਓ ਐਂਡ ਆਪਾਂ ਇਸ 'ਤੇ ਪ੍ਰੋਗਰਾਮ ਕਰਾਂਗੇ ਹਾਲਟਨ ਹਿਲਸ ਦੇ, ਆਪਾਂ ਆਊਟਰ ਸਕਰਟ 'ਤੇ ਸਾਰਿਆਂ ਚੀਜ਼ ਦੇ ਉੱਪਰ ਜਾਂ ਇਸ ਏਰੀਆ ਦੇ ਵਿੱਚ ਜਿੱਥੇ ਅਸੀਂ ਪਰਟੀਕੂਲਰ ਵੀ ਵਿਲ ਐਨਾਲਾਈਜ਼ ਐਵਰੀ ਸਿਚੁਏਸ਼ਨ ਐਵਰੀ ਸਿਟੀ ਆਉਣ ਵਾਲੇ ਟਾਈਮ ਦੇ ਵਿੱਚ। ਸੋ ਮੇਰੇ ਆਪਾਂ ਕਮਿੰਗ ਟੂ ਬੈਕ ਟੂ ਦ ਸਿਨੈਰੀਓ ਕਿ ਇਹਦਾ ਤੁਹਾਨੂੰ ਜਿਹੜਾ ਅਸਰ ਹੈ ਉਹ ਐਕਚੁਅਲ ਅਸਰ ਤੁਹਾਨੂੰ ਐਂਡ ਆਫ ਦਾ ਈਅਰ ਤੱਕ ਨਜ਼ਰ ਆਏਗਾ। ਮਤਲਬ ਜੋ ਕੁਝ ਸਿਨੈਰੀਓ ਦਾ ਐਂਡ ਆਫ ਦਾ ਈਅਰ ਤੱਕ ਤੁਹਾਨੂੰ ਕੰਪਲੀਟ ਨਜ਼ਰ ਆ ਜਾਏਗਾ। ਜੇ ਤੁਸੀਂ ਕਹਿ ਰਹੇ ਹੋ ਕਿ ਇਹ ਰਿਬਾਊਂਡ ਬੈਕ ਕਰੇਗੀ, ਇਹ ਸਾਰਾ ਕੁਝ ਕਰੇਗਾ, ਲੇਕਿਨ 2021 ਇਹਦੇ ਵਿੱਚ ਨਿਕਲਣਾ ਚਾਹੀਦਾ। ਉਸ ਸਿਚੁਏਸ਼ਨ ਨੂੰ ਆਉਂਦੇ ਆਉਂਦੇ ਪੂਰਾ ਅਗਲਾ ਸਾਲ ਲੱਗ ਜਾਏਗਾ। ਕਿਉਂਕਿ ਕੁਝ ਸੰਸਥਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਜਿਹੜੇ ਅਗਲੇ 1-2 ਸਾਲ ਦੇ ਵਿੱਚ ਇਹ ਹੋ ਸਕਦਾ ਵੀ ਜਿਹੜੀ ਪ੍ਰਾਈਸ ਹੋਰ ਜਿਹੜੀ ਰੀਅਲ ਏਸਟੇਟ ਦੇ ਵਿੱਚ ਹੋਰ ਥੱਲੇ ਜਾਵੇ। ਅਤੇ ਕਿਉਂਕਿ ਬਹੁਤ ਸਾਰੇ ਜਿਹੜੇ ਸਿਨੈਰੀਓ ਨੇ ਇਹਦੇ ਵਿੱਚ ਜਿਹੜੇ ਉਹ ਕੈਲਕੂਲੇਟ ਕਰਦੇ ਨੇ, ਉਸ ਦੇ ਬਾਅਦ ਹੀ ਜਿਹੜਾ ਕੁਝ ਪ੍ਰੈਡਿਕਸ਼ਨ ਕਰਦੇ ਨੇ। ਤੁਹਾਡੇ ਹਿਸਾਬ ਦੇ ਨਾਲ ਕਿਉਂਕਿ ਕੁਝ ਜਿਹੜੀਆਂ ਸੰਸਥਾਵਾਂ ਇਹ ਵੀ ਕਹਿ ਰਹੀਆਂ ਵੀ ਹੋ ਸਕਦਾ 40% ਤੱਕ ਥੱਲੇ ਚਲੇ ਜਾਵੇ, ਤੁਹਾਨੂੰ ਲੱਗਦਾ ਵੀ ਇੰਨੀ ਥੱਲੇ ਜਾਊ? ਨਹੀਂ ਜੀ, ਬਿਲਕੁਲ ਨਹੀਂ। ਮੈਂ ਇਹ ਅੱਜ ਤੁਹਾਨੂੰ ਕਹਿ ਰਿਹਾ, ਸ਼ਾਇਦ ਆਉਣ ਵਾਲੇ ਟਾਈਮ ਵਿੱਚ ਆਪਾਂ ਰਹਾਂਗੇ, ਬੈਠਾਂਗੇ, ਜ਼ਰੂਰ ਆਪਾਂ ਗੱਲ ਕਰਾਂਗੇ। ਨੋ, ਮੈਂ 40% ਕਦੇ ਵੀ ਨਹੀਂ ਕਹਾਂਗਾ ਕਿ ਇਹ ਥੱਲੇ ਜਾਏਗੀ। ਹੋ ਸਕਦਾ ਜੇ ਇਹਨੂੰ ਇਹ ਕਰੈਕਟ ਸਹੀ ਤਰੀਕੇ ਨਾਲ ਪਾਲਿਸੀ ਨਹੀਂ ਬਣਾ ਕੇ ਇਮੀਗ੍ਰੇਸ਼ਨ ਨੂੰ ਸਹੀ ਤਰੀਕੇ ਨਾਲ ਲਾਗੂ ਕਰ ਦਿੰਦੇ ਨੇ ਤਾਂ 20% ਵੀ ਜਾਣਾ ਬਹੁਤ ਵੱਡੀ ਗੱਲ ਹੈ ਉਸ ਚੀਜ਼ ਦੇ ਵਿੱਚ। ਕਿਉਂਕਿ ਬਹੁਤ ਸਾਰੀਆਂ ਹੁਣ ਸੂਬੇ ਨੇ, ਜੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ, ਬਹੁਤ ਸਾਰੇ ਸੂਬੇ ਨੇ ਉਹ ਬੜੀ ਤੇਜ਼ੀ ਦੇ ਨਾਲ ਆਪਣੀ ਇਕੋਨਮੀ ਨੂੰ ਰੀਓਪਨ ਕਰ ਰਹੇ ਨੇ ਕਿਉਂਕਿ ਬੜਾ ਵੱਡਾ ਜਿਹੜਾ ਨੁਕਸਾਨ ਹੋ ਰਿਹਾ ਇਕੋਨਮੀ ਨੂੰ ਇਹਦੇ ਨਾਲ। ਸੋ ਮੇਰਾ ਖਿਆਲ ਹੈ ਜਦੋਂ ਦੁਬਾਰਾ ਖੁੱਲ੍ਹਣਗੇ ਤਾਂ ਜਦੋਂ ਦੁਬਾਰਾ ਸਾਰੇ ਕੰਮ ਚੱਲਣ ਲੱਗ ਪੈਣਗੇ ਤਾਂ ਫਰਕ ਤਾਂ ਬਹੁਤ ਜ਼ਰੂਰ ਪਵੇਗਾ। ਸਭ ਤੋਂ ਵੱਡੀ ਗੱਲ ਹੈ, ਮੈਂ ਆਪਣੇ ਆਪ ਨੂੰ ਕਰੈਕਟ ਕਰਨਾ ਚਾਹੁੰਦਾ ਕਿ ਜੇ ਸੈਕੰਡ ਵੇਵ ਆਉਂਦੀ ਹੈ, ਕਿੰਨੀ ਸੀਵੀਅਰ ਆਉਂਦੀ ਹੈ, ਜਾਂ ਨੈਕਸਟ ਈਅਰ ਇੱਕ ਹੀ ਥਰਡ ਵੇਵ ਆਉਂਦੀ ਹੈ, ਦੈਟ ਵਿਲ ਬੀ ਦ ਮੋਸਟ ਇੰਪੋਰਟੈਂਟ ਫੈਕਟਰ ਇਨ ਇਟ। ਉਹ ਉੱਥੇ ਡਿਸਾਈਸਿਵ ਫੈਕਟਰ ਹੋਏਗਾ ਕਿ ਸੈਕੰਡ ਵੇਵ ਤੋਂ ਬਾਅਦ ਥਰਡ ਵੇਵ ਆਉਂਦੀ ਹੈ ਔਰ ਉਹ ਕਿੰਨਾ ਇੰਪੈਕਟ ਉਹਦਾ ਹੋਏਗਾ। ਵੈਸੇ ਤਾਂ ਜਿਹੜੇ ਮਾਹਰ ਨੇ ਜਾਂ ਐਕਸਪਰਟਸ ਨੇ ਉਹ ਇਹ ਕਹਿ ਰਹੇ ਨੇ ਕਿ ਜੇ ਸਪੋਜ਼ ਅੱਜ ਇੱਕ ਆਪਾਂ ਨੰਬਰਿੰਗ ਦੀ ਗੱਲ ਕਰੀਏ ਵੀ ਇੱਕ 10% ਦੀ ਜਗ੍ਹਾ ਆਪਾਂ ਗੱਲ ਕਰੀਏ ਤਾਂ ਆਉਣ ਵਾਲੇ ਟਾਈਮ 'ਤੇ ਜਿਹੜਾ ਇੰਪੈਕਟ ਹੋਊਗਾ ਉਹ 5% ਹੋਏਗਾ ਸੈਕੰਡ ਵੇਵ ਦਾ, ਤਾਂ ਜਿਹੜਾ ਥਰਡ ਵੇਵ ਆਏਗੀ ਉਹਦਾ ਸਿਰਫ 2.5% ਤੱਕ ਇਫੈਕਟ ਪਏਗਾ। ਸੋ ਇਟਸ ਗੋਇੰਗ ਟੂ ਡਿਕਰੀਜ਼ ਗ੍ਰੈਜੂਅਲੀ। ਜੇ ਥਰਡ ਵੇਵ ਦੀ ਗੱਲ ਹੋਵੇ, ਜੇ ਆਵੇ ਵੀ ਤਾਂ ਉਦੋਂ ਤੱਕ ਸ਼ਾਇਦ ਵੈਕਸੀਨ ਵਗੈਰਾ ਵੀ ਨਿਕਲ ਆਵੇ। ਹਾਂ, ਉਹ ਤਾਂ ਉਹੀ ਗੱਲ ਕਰ ਰਹੇ ਨੇ ਕਿ ਜਿਹੜਾ ਉਹਦਾ ਇੰਪੈਕਟ ਉਹ ਘਟਦਾ ਜਾਏਗਾ ਪਰ ਉਹ ਗ੍ਰੈਜੂਅਲ ਹੋਏਗਾ, ਉਹ ਇੱਕਦਮ ਉਹਦਾ ਇੰਪੈਕਟ ਨਹੀਂ ਹੋਏਗਾ ਉਸ ਚੀਜ਼ ਦਾ। ਅੱਛਾ ਹਰਕਿਰਤ ਜੀ, ਆਪਣਾ ਤਕਰੀਬਨ ਸਮਾਂ ਸਮਾਪਤ ਹੋਇਆ। ਜਾਣ ਤੋਂ ਪਹਿਲਾਂ ਤੁਸੀਂ ਕੀ ਕਹਿੰਦੇ ਹੋ ਵੀ ਅਗਲੇ 2 ਸਾਲਾਂ ਦੇ ਵਿੱਚ ਕਿੱਧਰ ਨੂੰ ਜਾਵੇਗੀ ਰੀਅਲ ਸਟੇਟ? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹਦੇ 2-3 ਫੈਕਟਰ ਇਹਦੇ ਨਾਲ ਇੰਪੈਕਟ ਕਰਦੇ ਨੇ ਕਿ ਇਹਦੀ ਸੈਕੰਡ ਵੇਵ ਆਉਂਦੀ ਹੈ, ਥਰਡ ਵੇਵ ਆਉਂਦੀ ਹੈ, ਉਹ ਕਿੰਨੀ ਸੀਵੀਅਰ ਆਉਂਦੀ ਹੈ, ਇਹਦਾ ਵੈਕਸੀਨ ਨਿਕਲਦਾ ਨਹੀਂ ਨਿਕਲਦਾ, ਔਰ ਦੂਸਰੀ ਗੱਲ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਨੇ ਉਹ
ਆਪਣੇ ਆਪ ਨੂੰ ਕਿੱਦਾਂ ਪਰਫਾਰਮ ਕਰਦੀਆਂ ਨੇ, ਖਾਸ ਕਰਕੇ ਅਗਸਤ ਤੋਂ ਬਾਅਦ। ਲੇਕਿਨ ਮੇਰੇ ਹਿਸਾਬ ਦੇ ਨਾਲ ਜਦੋਂ ਇਹ ਹੁਣ ਸਾਨੂੰ 3 ਮਹੀਨੇ ਵੇਟ ਐਂਡ ਵਾਚ, ਅਨਸਰਟੇਨਿਟੀ ਦੀ ਕੰਡੀਸ਼ਨ ਹੈ, ਸਾਨੂੰ ਐਂਡ ਆਫ ਦਾ ਈਅਰ ਤੱਕ ਇਹਦਾ ਕੰਪਲੀਟ ਪਤਾ ਲੱਗ ਜਾਏਗਾ ਕਿ ਅਸੀਂ ਕਿੰਨਾ ਕਿਹਦਾ ਡੈਮੇਜ ਕੈਨੇਡੀਅਨ ਇਕਨੋਮੀ ਨੂੰ ਔਰ ਹਾਊਸਿੰਗ ਮਾਰਕੀਟ ਨੂੰ ਹੋਏਗਾ। ਬਿਲਕੁਲ ਜੀ, ਹਰਕਿਰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੀ ਬੁਲਬੁਲੀ ਜਾਣਕਾਰੀ ਸਾਂਝੀ ਕਰਨ ਲਈ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਅੱਜ ਦੇ ਸਟਾਰ ਟਾਕ ਵਿੱਚ ਤੁਹਾਡੇ ਨਾਲ ਰੀਅਲ estate ਸੰਬੰਧੀ ਗੱਲਬਾਤ ਕੀਤੀ ਹੈ। ਅਗਲੇ ਹਫਤੇ ਫਿਰ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਵਾਂਗੇ ਨਵੇਂ ਵਿਸ਼ੇ ਤੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।